ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुरां दे हजूर जुड़ मिल बैठे रब रूप गुरमुख सतसंगी जन, सतगुरां दी रहमत बख्शिश दा सदका गुरु दर ते जुड़न दा सुभाग समा नसीब होया। सतगुरु दे हजूर बह के वाहिगुरु नाल जुड़न दा सांझ पाउण दा निमाणा जिहा उपराला यतन कर रहे हैं। सतगुरु गुरु अमरदास महाराज अज दे इस पावन शब्द अंदर सानू समझाउंदे ने। सतगुरु कहंदे कि वाहिगुरु दे दास परमेश्वर दे प्यारे हमेशा सुखी ने। हमेशा हमेशा ही वो जीवन दे विच आनंद माणदे ने। हर के दास सुहेले पाई। सतगुरु कहते परमात्मा दे दास हमेशा सुखी ने। उन्होंने तुसीं जदों भी मिलो उन्हां दे चेहरे ते मुस्कुराहट ते वो मुस्कुराहट उन्हां दे सुख नूं प्रगटाउंदी है। गुरमुख भगत साधु फकीर इन्हां लोकां दे जीवन दे विच जिन्ने मर्जी दुख होण वो दुख उन्हां नूं दुखी नहीं कर पांदे। यही इन्हां दी विलक्षणता है साडे नालों। साडे संसारी लोकां दे जीवन विच सुख भी होवे ते सानू सुखी नहीं करदा। बहुत सारे लोग इस समाज विच ऐसे ने जिन्हां नू सुख दीयां चीज़ां सब मिलियां होईयां पर वो फिर भी सुखी नहीं। सब कुछ मिल जाण दे बावजूद भी बंदा निराश उदास दुखी अपने घर विच बैठा। इस तो उल्ट कोई गुरमुख कोई भगत कोई फकीर कुछ भी नहीं कोल जां बहुत सारे दुख ने उहदे घर पर फिर भी वो उन्हां दुखां नूं भोगदियां होयां भी उन्हां मुसीबतां दे विचों दी गुजरदियां होयां भी वो सुखी है। बस यही धर्मी बंदे दा एक लक्षण है, बड़ा अहम है। धर्मी तो मतलब सो कॉल्ड धर्मी नहीं कि जिहड़े बाहरों माड़ी मोटी पूजा पाठ कर लेंदे माड़ा मोटा धर्म स्थानां ते चले जांदे व्हाट्सएप ते जां इंस्टा ते जां फेसबुक ते स्टेटस ला लेंदे ने धार्मिक फोटोआं दा। वो वाले धार्मिक नहीं, क्योंकि वो तो सब पखंडी ने। इस तरह करन नाल कोई धार्मिक नहीं बनदा। धार्मिकता मतलब हिरदे दी धार्मिकता, बाहरी नहीं। बाहरी तो दिखावा है ते दिखावा हमेशा झूठ हुंदा है। जिहदे कोल कुछ हुंदा है उहनूं दिखावा करन दी जरूरत नहीं पैंदी। जिहदे कोल कुछ नहीं हुंदा दिखावा उहनूं करना पैंदा है। यही जीवन की सच्चाई है। इसलिए सतगुरु सोझी बख्श दे। सतगुरु कहंदे जिहड़ा गुरमुख है भगत है वो सुखी है, बेशक उहदे कोल कुछ ना होवे।
ਬੇਸ਼ੱਕ ਬਹੁਤ ਸਾਰੇ ਦੁੱਖ ਜੋ ਸਾਨੂੰ ਜਾਪਦਾ ਕਿ ਦੁੱਖ ਹੈ, ਪਰ ਉਹਨੂੰ ਨਹੀਂ ਜਾਪਦਾ ਕਿ ਦੁੱਖ, ਉਹਨੂੰ ਕਿਸੇ ਕਿਸਮ ਦਾ ਕੋਈ ਦੁੱਖ ਦੁਖੀ ਨਹੀਂ ਕਰਦਾ। ਸਾਨੂੰ ਕੋਈ ਬੰਦਾ ਜਰਾ ਜੀ ਕੋਈ ਗੱਲ ਕਹਿ ਦੇ, ਅਸੀਂ ਕਈ ਕਈ ਮਹੀਨੇ ਕਈ ਕਈ ਸਾਲ ਉਸ ਗੱਲ ਨੂੰ ਸੋਚ ਸੋਚ ਕੇ ਦੁਖੀ ਹੁੰਦੇ ਰਹਿੰਦੇ ਹਾਂ। ਕੋਈ 10-15 ਸਾਲ ਪਹਿਲਾਂ ਕਿਸੇ ਬੰਦੇ ਨੇ ਕੋਈ ਗੱਲ ਕਹੀ ਸੀ ਸਾਨੂੰ, ਅੱਜ ਵੀ ਉਸ ਨੂੰ ਚੇਤੇ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ। ਇੱਕ ਨਿੱਕੀ ਜਿਹੀ ਗੱਲ ਸਾਨੂੰ ਦੁਖੀ ਕਰ ਜਾਂਦੀ ਹੈ, ਤਾਂ ਬਾਕੀ ਦੁੱਖ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਉਹ ਸਾਡਾ ਕੀ ਹਾਲ ਕਰਦੀਆਂ ਹੋਣਗੀਆਂ। ਇਸ ਕਰਕੇ ਗੁਰਮੁਖ ਨੂੰ ਕਿਸੇ ਗੱਲ ਨਾਲ ਦੁੱਖ ਨਹੀਂ ਪਹੁੰਚਦਾ, ਉਹਨੂੰ ਦੁਖੀ ਨਹੀਂ ਕਰ ਸਕਦਾ ਕੋਈ। ਜਿਹਨੇ ਸੁਖੀ ਹੋਣਾ ਮਿੱਥਿਆ ਹੋਵੇ ਜਾਂ ਜਿਹਨੇ ਸੁਖੀ ਹੋਣਾ ਜਾਣ ਲਿਆ ਹੋਵੇ, ਉਹਨੂੰ ਕੋਈ ਦੁਖੀ ਨਹੀਂ ਕਰ ਪਾਉਂਦਾ। ਅਸੀਂ ਸੁਖੀ ਹੋਣਾ ਹਾਲੇ ਜਾਣਿਆ ਨਹੀਂ, ਅਸੀਂ ਸਿਰਫ ਇੰਨਾ ਜਾਣਦੇ ਹਾਂ ਕਿ ਚੀਜ਼ਾਂ ਮਿਲਣਗੀਆਂ ਤੇ ਸੁੱਖ ਹੋਵੇਗਾ, ਬਹੁਤ ਪੈਸਾ ਹੋਵੇਗਾ ਤਾਂ ਸੁੱਖ ਹੋਏਗਾ, ਧੀਆਂ ਪੁੱਤ ਹੋਣਗੇ ਤਾਂ ਸੁੱਖ ਹੋਏਗਾ, ਤੰਦਰੁਸਤੀ ਹੋਏਗੀ ਤਾਂ ਸੁੱਖ ਹੋਏਗਾ। ਅਸੀਂ ਸਿਰਫ ਇਹੀ ਜਾਣਦੇ ਹਾਂ। ਇਸ ਤੋਂ ਬਿਨਾਂ ਵੀ ਕੋਈ ਸੁੱਖ ਹੁੰਦਾ ਹੈ ਸਾਨੂੰ ਨਹੀਂ ਪਤਾ, ਪਰ ਹੁੰਦਾ ਹੈ, ਕਿਉਂਕਿ ਤੰਦਰੁਸਤ ਹੋਣ ਤੋਂ ਬਾਅਦ ਵੀ ਲੋਕ ਸੁਖੀ ਨਹੀਂ ਦੇਖੇ ਜਾਂਦੇ। ਧੀਆਂ ਪੁੱਤਾਂ ਦੇ ਮਿਲਣ ਤੋਂ ਬਾਅਦ ਵੀ ਲੋਕ ਸੁਖੀ ਨਹੀਂ ਦੇਖੇ ਜਾਂਦੇ। ਕਾਰੋਬਾਰ ਦੇ ਵਿੱਚ ਵਾਧਾ ਹੋ ਜਾਣ ਤੋਂ ਬਾਅਦ ਵੀ ਲੋਕ ਸੁਖੀ ਨਹੀਂ ਦੇਖੇ ਜਾਂਦੇ। ਬਹੁਤ ਪੈਸਾ ਮਿਲ ਜਾਣ ਤੋਂ ਬਾਅਦ ਵੀ ਲੋਕ ਸੁਖੀ ਦਿਖਾਈ ਨਹੀਂ ਦਿੰਦੇ। ਆਪਣਾ ਘਰ ਮਿਲ ਜਾਏ, ਬਹੁਤ ਵੱਡਾ ਆਲੀਸ਼ਾਨ ਮਿਲ ਜਾਏ, ਮੋਟਰ ਕਾਰਾਂ ਮਿਲ ਜਾਣ, ਰੁਤਬੇ ਅਹੁਦੇ ਮਿਲ ਜਾਣ, ਫਿਰ ਵੀ ਲੋਕ ਸੁਖੀ ਦਿਖਾਈ ਨਹੀਂ ਦਿੰਦੇ, ਫਿਰ ਵੀ ਸੁਖੀ ਨਹੀਂ ਹੁੰਦੇ। ਇਸ ਦਾ ਮਤਲਬ ਕਿ ਇਹਨਾਂ ਚੀਜ਼ਾਂ ਦੇ ਵਿੱਚ ਸਿਰਫ ਪ੍ਰਤੀਤ ਹੁੰਦਾ ਹੈ ਕਿ ਸੁੱਖ ਹੈ, ਪਰ ਸੁੱਖ ਹੁੰਦਾ ਨਹੀਂ। ਲੱਗਦਾ ਹੈ ਕਿ ਸੁੱਖ ਹੋਵੇਗਾ, ਲੱਗਦਾ ਹੈ ਕਿ ਧੀਆਂ ਪੁੱਤ ਸੁੱਖ ਦੇਣਗੇ, ਲੱਗਦਾ ਹੈ ਦੇਣਗੇ ਕਿ ਨਹੀਂ, ਇਹਦਾ ਤਾਂ ਕੋਈ ਦਾਅਵਾ ਨਹੀਂ ਨਾ ਹੈ, ਇਹਦੀ ਕੋਈ ਗਾਰੰਟੀ ਥੋੜੀ ਨਾ ਹੈ। ਇਸ ਕਰਕੇ ਜਿਹੜਾ ਵੀ ਬੰਦਾ ਕਿਸੇ ਦੂਸਰੇ ਦੇ ਉੱਤੇ ਆਸ ਲਾਏਗਾ ਜਾਂ ਕਿਸੇ ਦੂਸਰੀ ਚੀਜ਼ ਉੱਪਰ ਆਸ ਲਾਏਗਾ, ਉਹ ਦੁਖੀ ਹੋਵੇਗਾ, ਉਹ ਦੁਖੀ ਹੋਏਗਾ। ਕਿਉਂਕਿ ਉਹ ਆਸ ਲਾ ਰਿਹਾ ਕਿ ਫਲਾਣਾ ਮੈਨੂੰ ਸੁੱਖ ਦੇਗਾ, ਚੀਜ਼ ਮੈਨੂੰ ਸੁੱਖ ਦੇਗੀ, ਘਰ ਮੈਨੂੰ ਸੁੱਖ ਦੇਗਾ, ਫਲਾਣੀਆਂ ਵਸਤੂਆਂ ਸੁੱਖ ਦੇਣਗੀਆਂ, ਮੈਂ ਕੈਨੇਡਾ ਅਮਰੀਕਾ ਚਲੇ ਜਾਊਂਗਾ, ਉੱਥੇ ਸੁੱਖ ਮਿਲੇਗਾ। ਜਿਹੜਾ ਵੀ ਕਿਸੇ ਦੂਸਰੀ ਚੀਜ਼ ਵਿੱਚ, ਦੂਸਰੀ ਥਾਂ ਵਿੱਚ, ਦੂਸਰੇ ਬੰਦੇ ਵਿੱਚ ਸੁੱਖ ਦੇਖਦਾ, ਉਹ ਸੁਖੀ ਨਹੀਂ ਹੁੰਦਾ। ਕਿਉਂਕਿ ਸੁੱਖ ਦੂਸਰੇ ਵਿੱਚ ਕਦੇ ਹੁੰਦਾ ਨਹੀਂ, ਸੁੱਖ ਹਮੇਸ਼ਾ ਆਪਣੇ ਆਪ ਵਿੱਚ ਹੁੰਦਾ ਹੈ। ਤੇ ਬੰਦਾ ਆਪਣੇ ਆਪ ਤੋਂ ਬਿਨਾਂ ਬਾਕੀ ਸਭ ਥਾਈਂ ਭਟਕਦਾ ਰਹਿੰਦਾ ਹੈ। ਹਮੇਸ਼ਾ ਦੌੜ ਹੋਰ ਪਾਸੇ ਲੱਗੀ ਰਹਿੰਦੀ। ਇਸ ਲਈ ਭਗਤ ਗੁਰਮੁਖ ਉਹ ਹਮੇਸ਼ਾ ਵਾਹਿਗੁਰੂ ਦੇ ਵਿੱਚ ਜੁੜਿਆ, ਹਮੇਸ਼ਾ ਹੀ, ਹਮੇਸ਼ਾ ਹੀ। ਇਹ ਨਹੀਂ ਸਾਡੇ ਵਾਂਗੂ ਨਹੀਂ ਕਿ ਹਾਂ ਸਵੇਰੇ ਥੋੜੀ ਦੇਰ ਰੱਬ ਲੱਭ ਕਰ ਲਿਆ ਤੇ ਸ਼ਾਮ ਨੂੰ ਰੱਬ ਰੱਬ ਕਰ ਲਿਆ, ਇੰਜ ਨਹੀਂ, ਇਸ ਤਰ੍ਹਾਂ ਨਹੀਂ। ਅਸੀਂ ਕਦੇ ਕਦੇ ਰੱਬ ਨੂੰ ਸਿਮਰਦੇ ਹਾਂ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ, ਜਦੋਂ ਕੋਈ ਸਾਡੇ ਤੇ ਦੁੱਖ ਤਕਲੀਫ ਆਉਂਦੀ, ਕੋਈ ਰੋਗ ਬਿਮਾਰੀ ਆਉਂਦੀ, ਫਿਰ ਸਾਨੂੰ ਰੱਬ ਦਾ ਚੇਤਾ ਆਉਂਦਾ। ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਫਿਰ ਸਾਨੂੰ ਰੱਬ ਯਾਦ ਆਉਂਦਾ ਹੈ। ਪਰ ਭਗਤ ਨੂੰ ਪ੍ਰਮਾਤਮਾ ਕਿਸੇ ਚੀਜ਼ ਕਰਕੇ ਯਾਦ ਨਹੀਂ ਆਉਂਦਾ, ਕਿਸੇ ਲੋੜ ਕਰਕੇ ਯਾਦ ਨਹੀਂ ਆਉਂਦਾ, ਉਹਨੂੰ ਹਮੇਸ਼ਾ ਹੀ ਯਾਦ ਰਹਿੰਦਾ ਹੈ। ਉਹ ਹਮੇਸ਼ਾ ਹੀ ਉਹਦੇ ਵਿੱਚ ਜੁੜਿਆ ਰਹਿੰਦਾ, ਹਮੇਸ਼ਾ ਹੀ ਸਮਾਇਆ ਰਹਿੰਦਾ ਉਹਦੇ ਵਿੱਚ। ਇਹੀ ਉਹਦੇ ਸੁਖੀ ਰਹਿਣ ਦਾ ਕਾਰਨ ਹੈ। ਸਤਿਗੁਰੂ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ। ਪਰਮਾਤਮਾ ਦੇ ਦਾਸ, ਵਾਹਿਗੁਰੂ ਦੇ ਸੇਵਕ ਹਮੇਸ਼ਾ ਹੀ ਸੁਹੇਲੇ, ਹਮੇਸ਼ਾ ਹੀ ਸੁਖੀ। ਚਾਹੇ ਜਿੱਥੇ ਕਿਤੇ ਮਰਜ਼ੀ ਹੋਣ, ਉਹ ਹਮੇਸ਼ਾ ਹੀ ਸੁਖੀ ਨੇ, ਉਹ ਹਮੇਸ਼ਾ ਹੀ ਆਨੰਦਿਤ ਨੇ।
ਆਨੰਦ ਭੋਗਦੇ ਨੇ। ਇਸ ਲਈ ਸਤਿਗੁਰੂ ਸੋਝੀ ਬਖਸ਼ਦੇ ਨੇ। ਸਤਿਗੁਰੂ ਕਹਿੰਦੇ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨੇ ਆਪਣੇ ਦਾਸਾਂ ਦੇ ਜਨਮ ਮਰਨ ਦੇ ਸਭ ਰੋਗ ਕੱਟ ਦਿੱਤੇ। ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਉਸਨੇ ਆਪ ਹੀ ਮੇਲ ਲਿਆ, ਉਹਨੇ ਆਪ ਕਿਰਪਾ ਕਰਕੇ ਮੇਲ ਲਿਆ। ਉਹੀ ਰਹਿਮਤ ਕਰਕੇ ਮਿਲਦਾ ਜੇ ਜਦੋਂ ਮਿਲਦਾ। ਉਹਦੀ ਬਖਸ਼ਿਸ਼ ਤੋਂ ਬਿਨਾਂ ਮਿਲਾਪ ਨਹੀਂ ਜੇ ਹੁੰਦਾ। ਉਹਦੀ ਰਹਿਮਤ ਤੋਂ ਬਿਨਾਂ ਮਿਲਾਪ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਉਹ ਆਪ ਮੇਲ ਲਿਆ ਉਸਨੇ। ਵਾਹਿਗੁਰੂ ਦੇ ਦਾਸ ਨੇ, ਉਹਨੇ ਦੁੱਖ ਨੂੰ ਦੁੱਖ ਨਹੀਂ ਜਾਣਿਆ। ਉਹਨੇ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਿਆ। ਉਸਨੇ ਪਰਮੇਸ਼ਰ ਦੀ ਰਜ਼ਾ ਵਿੱਚ ਉਸ ਨੂੰ ਖਿੜੇ ਮੱਥੇ ਕਬੂਲ ਕੀਤਾ, ਖਿੜੇ ਮੱਥੇ ਪ੍ਰਵਾਨ ਕਰਿਆ ਕਿ ਵਾਹਿਗੁਰੂ ਜੋ ਤੂੰ ਦਿੱਤਾ ਮੈਨੂੰ ਉਹਦੇ ਵਿੱਚ ਖੁਸ਼ੀ। ਸੁੱਖ ਦਿੱਤਾ ਤਾਂ ਮੈਂ ਖੁਸ਼, ਦੁੱਖ ਦਿੱਤਾ ਤਾਂ ਮੈਂ ਦੁੱਖ, ਕਿਉਂਕਿ ਦੁੱਖ ਸੁੱਖ ਤੇਰੀ ਆਗਿਆ ਪਿਆਰੇ। ਹੇ ਪਿਆਰੇ ਵਾਹਿਗੁਰੂ, ਇਹ ਸਭ ਦੁੱਖ ਤੇ ਸੁੱਖ ਤੇਰੀ ਆਗਿਆ ਵਿੱਚ ਨੇ। ਇਹ ਸਭ ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਉਸ ਨੇ, ਜਿਨ੍ਹਾਂ ਨੇ ਇਹ ਆਗਿਆ ਜਾਣੀ ਉਹਦੀ, ਹੁਕਮ ਜਾਣਿਆ ਉਹਦਾ, ਰਜ਼ਾ ਜਾਣੀ ਉਹਦੀ, ਉਹਨਾਂ ਦੇ ਜਨਮ ਜਨਮ ਦੇ ਕਿਲ ਵਿਖ ਕੱਟ ਗਏ। ਉਹ ਜਨਮਾਂ ਜਨਮਾਂਤਰਾਂ ਦੇ ਸਭ ਕਿਲ ਵਿਖਾਂ ਤੋਂ, ਸਭ ਪਾਪਾਂ ਤੋਂ ਮੁਕਤ ਹੋ ਗਏ। ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਉਸਨੇ ਆਪੇ ਮੇਲ ਲੈ, ਉਹਨੇ ਆਪ ਹੀ ਕਿਰਪਾ ਕਰਕੇ ਮੇਲ ਲੈ। ਸਤਿਗੁਰੂ ਕਹਿੰਦੇ ਬਾਣੀ ਅੰਦਰ ਕਿ ਮੇਰੇ ਅੰਦਰ ਬੜੇ ਔਗਣ ਸਨ, ਮੇਰੇ ਅੰਦਰ ਔਗਣ ਔਗਣ ਸਨ, ਤੇ ਉਸ ਵਾਹਿਗੁਰੂ ਨੇ, ਉਸ ਪਤੀ ਪਰਮੇਸ਼ਰ ਨੇ, ਉਹਨੇ ਮੇਰੇ ਔਗਣ ਨਾ ਚਿਤਾਰੇ। ਉਹਨੇ ਮੇਰੇ ਔਗਣ ਨਹੀਂ ਚਿਤਾਰੇ, ਤੇ ਬਾਂਹ ਫੜ ਕੇ ਉਸਨੇ ਮੈਨੂੰ ਆਪਣੇ ਨਾਲ ਮੇਲ ਲਿਆ। ਬਾਂਹ ਪਕੜ ਠਾਕੁਰ ਹੋਂ ਕੀਦੀ, ਗੁਣ ਅਵਗਣ ਨਾ ਵਿਚਾਰਿਆ। ਉਹਨੇ ਮੇਰਾ ਗੁਣ ਔਗਣ ਵਿਚਾਰਿਆ ਹੀ ਨਹੀਂ, ਦੇਖਿਆ ਹੀ ਨਹੀਂ। ਉਸਨੇ ਮੇਲ ਲਿਆ ਮੈਨੂੰ ਆਪਣੇ ਨਾਲ, ਉਸਨੇ ਜੋੜ ਲਿਆ ਮੈਨੂੰ ਆਪਣੇ ਨਾਲ। ਸਤਿਗੁਰੂ ਕਹਿੰਦੇ ਹਮਰੀ ਗਣਤ ਨਾ ਗਣੀਆਂ ਕਾਈ। ਉਹਨੇ ਸਾਡੇ ਗੁਣਾ ਔਗਣਾਂ ਦੀ ਕੋਈ ਗਿਣਤੀ ਨਹੀਂ ਕੀਤੀ, ਕੋਈ ਹਿਸਾਬ ਕਿਤਾਬ ਵੀ ਨਹੀਂ ਕੀਤਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਉਹਨੇ ਜੋ ਉਹਦਾ ਸੁਭਾਅ ਹੈ ਨਾ, ਬਖਸ਼ਿੰਦ ਸੁਭਾਅ ਉਹਦਾ, ਕਿ ਉਹ ਬੜਾ ਬਖਸ਼ਿੰਦ ਹੈ, ਉਹ ਸਭ ਔਗਣਾਂ ਨੂੰ ਇਗਨੋਰ ਕਰ ਦਿੰਦਾ। ਉਹਦਾ ਸੁਭਾਅ ਐਸਾ ਹੈ, ਜਿਵੇਂ ਮਾਂ ਦਾ ਸੁਭਾਅ ਹੁੰਦਾ ਨਾ, ਕਿ ਮਾਂ ਆਪਣੇ ਬੱਚੇ ਦੇ ਔਗਣ ਨਹੀਂ ਚਿਤਾਰਦੀ, ਬਿਲਕੁਲ ਐਸਾ ਹੀ ਪਰਮੇਸ਼ਰ ਔਗਣ ਨਹੀਂ ਚਿਤਾਰਦਾ, ਉਹ ਮੇਲ ਲੈਂਦਾ ਹੈ। ਉਹ ਮੇਲ ਲੈਂਦਾ ਹੈ, ਉਹ ਜੋੜ ਲੈਂਦਾ ਹੈ ਆਪਣੇ ਨਾਲ। ਬਸ ਉਹ ਜੋੜ ਲਵੇ। ਉਹਨੇ ਜੋੜ ਲਿਆ, ਉਹਨੇ ਮੇਲ ਹੀ ਲਿਆ। ਕਿਲ ਵਿਖ ਔਗਣ ਉਹਨੇ ਕੱਟ ਹੀ ਦਿੱਤੇ, ਦੁੱਖ ਦੂਰ ਕਰ ਹੀ ਦਿੱਤੇ, ਸੁਖੀ ਕਰ ਦਿੱਤਾ। ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਸੀ, ਔਗਣ ਸੀ, ਸਭ ਕੱਟ ਦਿੱਤੇ, ਤੇ ਕੱਟ ਕੇ ਔਗਣ ਮੇਲ ਲਿਆ। ਉਸਨੇ ਮੇਲ ਲਿਆ, ਆਪੇ ਮੇਲ ਮਿਲਾਈ। ਉਸਨੇ ਮੇਲ ਲੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਭਾਈ ਜੇ ਸੁਖੀ ਹੋਣਾ ਚਾਹੁੰਦਾ ਕਿ ਉਹਦੇ ਦਰ ਤੇ ਮੈਂ ਸੁਖੀ ਹੋ ਜਾਵਾਂ, ਤਾਂ ਸਤਿਗੁਰੂ ਕਹਿੰਦੇ ਭਾਈ ਇੱਕ ਕੰਮ ਕਰਨਾ ਪੈਣਾ। 'ਉਹ ਕੀ?'
ਗੁਰੂ ਤੋਂ ਬਿਨਾਂ ਸੁੱਖ ਨਹੀਂ ਮਿਲਦਾ, ਤੇ ਗੁਰੂ ਦੇ ਕੋਲੋਂ ਤਾਂ ਸੁੱਖ ਮਿਲੇਗਾ ਜੇ ਗੁਰੂ ਦੀ ਆਗਿਆ ਵਿੱਚ, ਉਹਦੇ ਭਾਣੇ ਵਿੱਚ ਤੁਰੇਗਾ। ਜੇ ਉਹਦੇ ਭਾਣੇ ਵਿੱਚ ਨਹੀਂ ਤੁਰੇਗਾ ਤਾਂ ਸਤਿਗੁਰੂ ਕਹਿੰਦੇ ਫਿਰ ਦੁੱਖ ਭੋਗਣਾ ਪਏਗਾ ਤੇ ਫਿਰ ਬਾਅਦ ਵਿੱਚ ਪਛਤਾਵੇਂਗਾ। ਗੁਰੂ ਅਮਰਦਾਸ ਕਹਿੰਦੇ ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰੂ ਦਾ ਸਖਾ ਹੈ, ਉਹੀ ਗੁਰੂ ਦਾ ਪਿਆਰਾ ਮਿੱਤਰ ਹੈ, ਉਹੀ ਗੁਰੂ ਦਾ ਸਕਾ ਸੰਬੰਧੀ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਨੂੰ ਮੰਨਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦੇ ਭਾਣੇ ਵਿੱਚ ਜਿਹੜਾ ਚੱਲ ਪਵੇ, ਉਹਦੇ ਭਾਣੇ ਵਿੱਚ ਆ ਗਿਆ। ਭਾਣੇ ਵਿੱਚ ਆਉਣ ਤੋਂ ਮਤਲਬ ਕਿ ਉਸ ਨੂੰ ਗੁਰੂ ਦਾ ਕੀਤਾ ਸਭ ਕੁਛ ਚੰਗਾ ਲੱਗਦਾ ਹੈ। ਕੁਛ ਵੀ ਜੋ ਗੁਰੂ ਨੇ ਕੀਤਾ ਉਹ ਮਨਜ਼ੂਰ, ਜੋ ਗੁਰੂ ਨੇ ਕਰਿਆ ਉਹ ਕਬੂਲ। ਬਸ ਇਹੀ ਇੱਕ ਬਹੁਤ ਵੱਡੀ ਗੱਲ ਹੈ। ਜੇ ਇਹ ਸਾਡੇ ਜੀਵਨ ਵਿੱਚ ਆ ਜਾਏ ਤਾਂ ਗੱਲ ਬਣ ਜਾਏ ਕਿ ਜੋ ਉਹ ਕਰਦਾ ਸਾਨੂੰ ਖਿੜੇ ਮੱਥੇ ਪ੍ਰਵਾਨ ਹੋ ਜਾਏ, ਕਿ ਉਹਨੇ ਸੁੱਖ ਦਿੱਤਾ ਅਸੀਂ ਖੁਸ਼, ਉਹਨੇ ਦੁੱਖ ਦਿੱਤਾ ਅਸੀਂ ਖੁਸ਼, ਮਾਣ ਮਿਲਿਆ ਖੁਸ਼, ਅਪਮਾਨ ਮਿਲਿਆ ਖੁਸ਼, ਜੋ ਵੀ ਉਸਨੇ ਦਿੱਤਾ ਅਸੀਂ ਰਾਜ਼ੀ। ਗੁਰੂ ਸਾਹਿਬ ਸਮਝਾਉਂਦੇ, ਗੁਰੂ ਨਾਨਕ ਸਾਹਿਬ ਮਹਾਰਾਜ ਆਸਾ ਕੀ ਵਾਰ ਵਿੱਚ, ਸਤਿਗੁਰੂ ਕਹਿੰਦੇ ਕਿ ਮਨਮੁਖ ਬੰਦੇ ਦਾ ਲੱਛਣ ਦੇਖੋ, ਕਿ ਜੇ ਤਾਂ ਚੰਗੀ ਚੀਜ਼ ਰੱਬ ਵੱਲੋਂ ਮਿਲਦੀ ਹੈ ਤਾਂ ਉਹਨੂੰ ਤਾਂ ਖੁਸ਼ ਹੋ ਕੇ ਕਰਦਾ, ਐਕਸੈਪਟ, ਪ੍ਰਵਾਨ ਕਰਦਾ ਕਿ ਜੀ ਹਾਂ ਮੈਂ ਰਾਜ਼ੀ ਹਾਂ ਇਹਦੇ ਨਾਲ। ਪਰ ਜੇ ਕੁਝ ਚੰਗਾ ਨਾ ਮਿਲੇ, ਕੁਛ ਮੰਦਾ ਮਿਲ ਜਾਏ, ਮੰਨ ਲਓ ਕਿ 10 ਚੀਜ਼ਾਂ ਮਿਲੀਆਂ, 10 ਵਿੱਚੋਂ 8 ਚੰਗੀਆਂ ਜਾਂ 9 ਚੰਗੀਆਂ ਤੇ 1 ਮੰਦੀ, ਉਹ ਉਹਨਾਂ 9 ਚੰਗੀਆਂ ਨੂੰ ਤਾਂ ਦੇਖਦਾ ਨਹੀਂ, 1 ਮੰਦੀ ਨੂੰ ਪਕੜ ਲੈਂਦਾ। ਉਹਦੇ ਲਈ ਰੱਬ ਨੂੰ ਉਲਾਮੇ ਦਿੰਦਾ ਕਿ ਤੂੰ ਆ ਮੇਰੇ ਨਾਲ ਧੱਕਾ ਕੀਤਾ, ਇਹ ਮੈਨੂੰ ਦੁੱਖ ਕਿਉਂ ਦਿੱਤਾ, ਇਹ ਮੈਨੂੰ ਮੰਦੀ ਚੀਜ਼ ਕਿਉਂ ਦਿੱਤੀ। ਸਤਿਗੁਰੂ ਕਹਿੰਦੇ ਚੰਗੇ ਚੰਗਾ ਘਰ ਮੰਨੈ, ਮੰਦਾ ਮੰਦਾ ਹੋਏ। ਚੰਗੀ ਨੂੰ ਤਾਂ ਚੰਗੀ ਮੰਨਦਾ, ਪਰ ਜਿਹੜੀ ਮੰਦੀ ਹੈ ਉਸ ਨੂੰ ਕਬੂਲ ਨਹੀਂ ਕਰਦਾ। ਉਹਨੂੰ ਕਹਿੰਦਾ ਜੀ ਨਹੀਂ ਇਹ ਨਹੀਂ ਲੈਣਾ, ਬਾਕੀ ਠੀਕ ਰਹੇ। ਕਿ ਕਹਿੰਦਾ ਫੁੱਲ ਤਾਂ ਠੀਕ ਹੈ ਪਰ ਫੁੱਲ ਦੇ ਨਾਲ ਕੰਡਾ ਨਹੀਂ, ਫੁੱਲ ਕੰਡੇ ਤੋਂ ਬਿਨਾਂ ਕੁਛ ਵੀ ਨਹੀਂ, ਕੰਡਾ ਉਹਦੇ ਨਾਲ ਹੋਵੇਗਾ ਹੀ ਹੋਵੇਗਾ। ਇਹ ਕਬੂਲ ਕਰਨਾ ਹੀ ਪਵੇਗਾ ਉਸਨੂੰ। ਦੁਨੀਆ ਚਾਹੁੰਦੀ ਹੈ ਕਿ ਆਪਣੀ ਮਰਜ਼ੀ ਦੇ ਨਾਲ ਚੀਜ਼ਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰੀਏ, ਜਾਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਤਰੋੜ ਮਰੋੜ ਲਈਏ। ਇੰਜ ਨਹੀਂ ਹੁੰਦਾ। ਜੋ ਜੈਸਾ ਹੈ ਉਹਨੂੰ ਵੈਸਾ ਕਬੂਲ ਕਰੋਗੇ ਤਾਂ ਗੱਲ ਬਣੇਗੀ। ਇਹੀ ਭਾਣਾ ਹੈ, ਇਹੀ ਰਜ਼ਾ ਹੈ। ਮੈਂ ਇੱਕ ਕਹਾਣੀ ਸੁਣੀ ਹੈ ਕਿ ਕਿਸੇ ਰਾਜੇ ਨੂੰ ਪੰਛੀਆਂ ਨਾਲ ਬੜਾ ਪਿਆਰ ਸੀ। ਉਹ ਪੰਛੀਆਂ ਨੂੰ ਬੜਾ ਪਿਆਰ ਕਰਦਾ ਹੈ, ਉਹਨੂੰ ਪੰਛੀ ਬੜੇ ਪਿਆਰੇ ਲੱਗਦੇ ਨੇ। ਉਸ ਦੇ ਦੇਸ਼ ਵਿੱਚ ਉਸਨੇ ਪੰਛੀਆਂ ਦੇ ਰੱਖ ਰਖਾਵ ਦੇ ਲਈ ਨਾ ਬਹੁਤ ਸਾਰੀਆਂ ਥਾਵਾਂ ਰਿਜ਼ਰਵ ਕੀਤੀਆਂ ਹੋਈਆਂ, ਸੁਰੱਖਿਅਤ ਕੀਤੀਆਂ ਹੋਈਆਂ, ਕਿ ਉੱਥੇ ਪੰਛੀ ਆਪਣੀ ਮਰਜ਼ੀ ਨਾਲ ਜਿਵੇਂ ਵਿਚਰਨਾ ਚਾਹੁਣ ਵਿਚਰ ਸਕਦੇ। ਜਿਹੜੀ ਉਹਦੀ ਰਾਜਧਾਨੀ ਹੈ ਜਿੱਥੇ ਉਹ ਰਹਿੰਦਾ, ਉੱਥੇ ਵੀ ਉਸਨੇ ਇੱਕ ਬਹੁਤ ਵੱਡੀ ਜਗ੍ਹਾ ਬਣਾਈ ਹੋਈ ਹੈ, ਜੂ ਕਹਿ ਲਓ ਜਾਂ ਕਿ ਖੁੱਲੀ ਪਾਰਕ ਕਹਿ ਲਓ, ਕਿ ਜਿੱਥੇ ਪੰਛੀ ਆਪਣੀ ਮਰਜ਼ੀ ਨਾਲ ਆ ਜਾ ਸਕਦੇ ਨੇ। ਉਹਨਾਂ ਦੇ ਖਾਣ ਪੀਣ ਦੇ ਚੋਗੇ ਦਾਣੇ ਦਾ ਵਧੀਆ ਬੰਦੋਬਸਤ ਕੀਤਾ ਹੋਇਆ। ਕਈ ਕਈ ਕਿਸਮਾਂ, ਕਈ ਕਈ ਭਾਂਤਾਂ ਦੇ ਉੱਥੇ ਪੰਛੀ ਮੌਜੂਦ ਨੇ, ਰੰਗ ਬਰੰਗੇ, ਬੜੇ ਪਿਆਰੇ ਲੱਗਦੇ ਨੇ। ਉਹ ਉਹਨਾਂ ਪੰਛੀਆਂ ਨੂੰ ਰੋਜ਼ ਸੁਬਾਹ ਸ਼ਾਮ ਜਾਂ ਘੱਟੋ ਘੱਟ ਇੱਕ ਵਕਤ ਤਾਂ ਉਹ ਉਹਨਾਂ ਪੰਛੀਆਂ ਦੇ ਵਿੱਚ ਬਤੀਤ ਕਰਦਾ। ਉਹਨਾਂ ਨੂੰ ਚੋਗਾ ਪਾਉਂਦਿਆਂ, ਉਹਨਾਂ ਦੀ ਖੂਬਸੂਰਤੀ ਨੂੰ ਦੇਖਦਿਆਂ, ਉਹਨਾਂ ਦੀਆਂ ਆਵਾਜ਼ਾਂ ਸੁਣਦਿਆਂ, ਇੱਕ ਦਿਨ ਸੁਬਾਹ ਸੁਬਾਹ
ਉਹ ਪੰਛੀਆਂ ਨੂੰ ਦਾਣਾ ਪਾ ਰਿਹਾ ਸੀ। ਉਹਦੇ ਕੁਝ ਸਿਪਾਹੀ ਵੀ ਆਲੇ ਦੁਆਲੇ ਖਲੋਤੇ ਸਨ। ਇੱਕ ਪੰਛੀ ਉਸਨੇ ਦੇਖਿਆ। ਇਹ ਪੰਛੀ ਅੱਜ ਪਹਿਲੀ ਦਫਾ ਦੂਰੋਂ ਕਿੱਧਰੋਂ ਉੱਡ ਕੇ ਆਇਆ ਹੋਵੇਗਾ। ਇਹ ਉਹਦੇ ਦੇਸ਼ ਦਾ ਪੰਛੀ ਨਹੀਂ ਸੀ, ਕਿਉਂਕਿ ਕਈ ਪ੍ਰਜਾਤੀਆਂ ਐਸੀਆਂ ਹੁੰਦੀਆਂ ਕਿ ਜਿਹੜੀਆਂ ਸਾਡੇ ਦੇਸ਼ ਵਿੱਚ ਪਾਈਆਂ ਜਾਂਦੀਆਂ, ਦੂਜੇ ਦੇਸ਼ਾਂ 'ਚ ਨਹੀਂ। ਦੂਸਰੇ ਦੇਸ਼ਾਂ ਵਿੱਚ ਕੁਝ ਪ੍ਰਜਾਤੀਆਂ ਪਾਈਆਂ ਜਾਂਦੀਆਂ, ਉਹ ਇੱਥੇ ਨਹੀਂ ਪਾਈਆਂ ਜਾਂਦੀਆਂ। ਉਹਨੇ ਦੇਖਿਆ ਉਹ ਪੰਛੀ ਕਿ ਇਹ ਸਾਡੇ ਦੇਸ਼ ਦਾ ਤਾਂ ਜਾਪਦਾ ਨਹੀਂ, ਇਹ ਬੜਾ ਅਜੀਬ ਜਿਹਾ ਹੈ। ਇਹਦੇ ਪੈਰ ਕੈਸੇ ਨੇ, ਇਹਦੀ ਚੁੰਝ ਇੰਨੀ ਲੰਬੀ ਕਿਉਂ ਹੈ, ਇਹਦੀ ਪੂੰਛ, ਇਹਦੇ ਖੰਭ ਜਿਹੜੇ ਨੇ ਉਹ ਇੰਨੇ ਲੰਬੇ ਕਿਉਂ ਨੇ, ਬਾਕੀ ਪੰਛੀਆਂ ਵਰਗਾ ਕਿਉਂ ਨਹੀਂ ਹੈ ਇਹ, ਜੈਸੇ ਮੇਰੇ ਦੇਸ਼ ਦੇ ਬਾਕੀ ਪੰਛੀ ਨੇ, ਇਹ ਬਾਕੀਆਂ ਜੈਸਾ ਕਿਉਂ ਨਹੀਂ, ਇਹਨੂੰ ਵੀ ਬਾਕੀਆਂ ਜੈਸਾ ਹੋਣਾ ਚਾਹੀਦਾ ਹੈ, ਤਾਂ ਹੀ ਤਾਂ ਇਹ ਸੋਹਣਾ ਲੱਗੇਗਾ, ਤਾਂ ਹੀ ਤਾਂ ਇਹ ਖੂਬਸੂਰਤ ਲੱਗੇਗਾ। ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਸ ਪੰਛੀ ਨੂੰ ਕਿਸੇ ਤਰ੍ਹਾਂ ਪਕੜੋ, ਇਹਨੂੰ ਫੜੋ, ਇਹਨੂੰ ਫੜ ਕੇ ਲਿਆਓ। ਸਿਪਾਹੀਆਂ ਨੇ ਬੜੀ ਮੁਸ਼ਕਿਲ ਨਾਲ, ਬੜੀ ਜੱਦੋ ਜਹਿਦ ਕਰਕੇ ਉਹਨਾਂ ਨੇ ਉਸ ਪੰਛੀ ਨੂੰ ਪਕੜ ਲਿਆ। ਉਹਨੂੰ ਫੜ ਕੇ ਲਿਆ ਕੇ ਬਾਦਸ਼ਾਹ ਦੇ ਸਾਹਮਣੇ, ਰਾਜੇ ਦੇ ਸਾਹਮਣੇ ਰੱਖਿਆ। ਰਾਜੇ ਨੇ ਫਿਰ ਆਪਣੇ ਇੱਕ ਬੰਦੇ ਨੂੰ ਬੁਲਾਇਆ, ਉਹਨੂੰ ਆਖਿਆ ਕਿ ਇਹਦੇ ਥੋੜ੍ਹੇ ਥੋੜ੍ਹੇ ਪੈਰ ਕੱਟੋ, ਇਹਦੀ ਆ ਜਿਹੜੀ ਚੁੰਝ ਹੈ ਨਾ ਵਾਧੂ ਹੈ, ਜ਼ਿਆਦਾ ਲੰਬੀ ਹੈ ਤੇ ਤਿੱਖੀ ਜ਼ਿਆਦਾ ਹੈ, ਇਹਦੀ ਚੁੰਝ ਕੱਟ ਦਿਓ। ਤੇ ਇਹਦੇ ਜਿਹੜੇ ਖੰਭ ਨੇ ਉਹ ਵੀ ਬਹੁਤ ਲੰਬੇ ਨੇ, ਇੰਨੇ ਲੰਬੇ ਖੰਭਾਂ ਵਾਲਾ ਥੋੜ੍ਹੀ ਪੰਛੀ ਹੁੰਦਾ, ਇਹਦੇ ਥੋੜ੍ਹੇ ਥੋੜ੍ਹੇ ਖੰਭ ਵੀ ਕੱਟ ਦਿਓ। ਉਹਨਾਂ ਨੇ ਰਾਜੇ ਦਾ ਹੁਕਮ ਮੰਨਿਆ, ਮੰਨਣਾ ਹੀ ਪੈਣਾ ਸੀ। ਉਹਨਾਂ ਨੇ ਹੁਕਮ ਮੰਨਿਆ, ਉਹਦੀ ਚੁੰਝ ਕੱਟ ਦਿੱਤੀ, ਉਹਦੇ ਪੈਰ ਥੋੜ੍ਹੇ ਥੋੜ੍ਹੇ ਕੱਟ ਦਿੱਤੇ, ਉਹਦੇ ਖੰਭ ਪਰ ਥੋੜ੍ਹੇ ਥੋੜ੍ਹੇ ਕੱਟ ਦਿੱਤੇ। ਤੇ ਜਦੋਂ ਇਸ ਤਰ੍ਹਾਂ ਉਸ ਦਾ ਅੰਗ ਪੈਰ ਉਹਦੇ ਕੱਟ ਕੇ ਉਹਦੇ ਖੰਭ ਕੱਟ ਦਿੱਤੇ, ਤਾਂ ਰਾਜੇ ਨੇ ਕਿਹਾ ਹੁਣ ਇਹਨੂੰ ਛੱਡ ਦਿਓ, ਹੁਣ ਇਹ ਉੜੇ, ਹੁਣ ਇਹ ਵਿਚਰੇ, ਹੁਣ ਆਨੰਦ ਮਾਣੇ, ਕਿਉਂਕਿ ਹੁਣ ਇਹ ਸਾਡੇ ਮੁਤਾਬਕ ਵਧੀਆ ਹੋ ਗਿਆ। ਹੁਣ ਜਦੋਂ ਉਸ ਨੂੰ ਵਿਚਾਰੇ ਨੂੰ ਛੱਡਿਆ ਗਿਆ, ਉਡਣਾ ਤੇ ਦੂਰ ਦੀ ਗੱਲ, ਉਹਦੇ ਕੋਲੋਂ ਤੁਰਿਆ ਵੀ ਨਹੀਂ ਜਾਂਦਾ, ਕਿਉਂਕਿ ਉਹਦੇ ਖੰਭ ਵੀ ਕੱਟ ਦਿੱਤੇ ਗਏ, ਛੋਟੇ ਕਰ ਦਿੱਤੇ ਗਏ, ਉਹਦੇ ਪੰਜੇ ਪੈਰਾਂ ਦੇ ਉਹ ਕੱਟ ਦਿੱਤੇ ਗਏ, ਛੋਟੇ ਕਰ ਦਿੱਤੇ ਗਏ, ਬਾਕੀਆਂ ਦੇ ਨਾਲ ਰਲਾ ਦਿੱਤਾ ਗਿਆ ਉਹਨੂੰ। ਉਹਦੀ ਚੁੰਝ ਕਿ ਉਹਦੇ ਖਾਣ ਵਾਸਤੇ ਕੁਝ ਚੀਜ਼ਾਂ ਰੱਖੀਆਂ ਗਈਆਂ, ਉਹਦੀ ਜਦ ਚੁੰਝ ਹੀ ਵੱਢ ਦਿੱਤੀ ਗਈ ਅੱਧੀ, ਤਾਂ ਉਹ ਕਿਵੇਂ ਖਾਵੇ। ਫਿਰ ਉਹ ਦੁਖੀ ਹੋ ਰਿਹਾ ਰਾਜਾ ਕਿ ਖਾ ਕਿਉਂ ਨਹੀਂ ਰਿਹਾ ਵਿਚਾਰਾ। ਹੁਣ ਉਹਨੂੰ ਆਪਣੇ ਹੱਥੀਂ ਤਾਂ ਆਲਮੋਸਟ ਮਾਰ ਹੀ ਦਿੱਤਾ ਉਹਨੂੰ ਲਗਭਗ, ਕਿਉਂਕਿ ਚੁੰਝ ਵੱਢ ਦਿੱਤੀ ਉਹਦੇ ਖੰਭ ਵੱਢ ਦਿੱਤੇ, ਉਹਦੀ ਪੂੰਛ ਵੱਢ ਦਿੱਤੀ ਗਈ, ਉਹਦੇ ਪੈਰ ਦੇ ਪੰਜੇ ਉਂਗਲਾਂ ਥੋੜੀਆਂ ਥੋੜੀਆਂ ਅੱਗੋਂ ਝਾੜ ਦਿੱਤੀਆਂ ਗਈਆਂ। ਉਹ ਕਿਵੇਂ ਖਾਵੇ। ਬਾਦਸ਼ਾਹ ਦੇ ਮੁਤਾਬਕ ਉਹ ਠੀਕ ਹੋ ਗਿਆ, ਪਰ ਉਸ ਪੰਛੀ ਦੇ ਮੁਤਾਬਕ ਉਹ ਤਾਂ ਵਿਚਾਰਾ ਅੱਧਾ ਮਰ ਗਿਆ। ਦੁਨੀਆ ਐਸਾ ਹੀ ਚਾਹੁੰਦੀ ਹੈ ਕਿ ਆਪਣੇ ਮੁਤਾਬਕ ਦੂਸਰੇ ਨੂੰ ਕੱਟ ਵੱਢ ਲੈਣਾ ਚਾਹੁੰਦੀ ਹੈ, ਆਪਣੇ ਮੁਤਾਬਕ, ਕਿ ਸਾਡੇ ਮੁਤਾਬਕ ਹੋ ਜਾਏ ਸਾਹਮਣੇ ਵਾਲਾ ਆਦਮੀ। ਤੇ ਇਸ ਤਰ੍ਹਾਂ ਕਿਸੇ ਨੂੰ ਕੱਟ ਵੱਢ ਕੇ ਤੁਸੀਂ ਰੱਖ ਤਾਂ ਲਓਗੇ ਕੋਲ, ਪਰ ਉਹ ਮਰਿਆ ਹੋਇਆ ਹੀ ਹੋਵੇਗਾ, ਉਹ ਅੱਧ ਮਰਿਆ ਹੀ ਹੋਵੇਗਾ, ਕਿਉਂਕਿ ਉਹ ਆਜ਼ਾਦੀ ਦਾ ਆਨੰਦ ਹੀ ਨਹੀਂ ਮਾਣ ਸਕਦਾ। ਉਹ ਜੈਸਾ ਹੈ ਉਹ ਵੈਸਾ ਰਿਹਾ ਹੀ ਨਹੀਂ, ਜੈਸਾ ਉਹਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਉਹ ਵੈਸਾ ਰਿਹਾ ਨਹੀਂ। ਸਾਡੀ ਦਿੱਕਤ ਇਹੀ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਦੂਸਰਾ ਬੰਦਾ ਮੇਰੇ ਹਿਸਾਬ ਨਾਲ ਚੱਲੇ। ਪਤਨੀ ਚਾਹੁੰਦੀ ਪਤੀ ਮੇਰੇ ਹਿਸਾਬ ਨਾਲ ਚੱਲੇ, ਪਤੀ ਚਾਹੁੰਦਾ ਕਿ ਪਤਨੀ ਮੇਰੇ ਹਿਸਾਬ ਨਾਲ ਚੱਲੇ, ਸੱਸ ਚਾਹੁੰਦੀ ਹੈ ਕਿ ਨੂੰਹ ਸਾਡੇ ਹਿਸਾਬ ਨਾਲ ਚੱਲੇ, ਤੇ ਮੁੰਡੇ ਦੀ ਸੱਸ ਚਾਹੁੰਦੀ ਹੈ ਕਿ ਸਾਡਾ ਜਵਾਈ ਸਾਡੇ ਹਿਸਾਬ ਨਾਲ ਚੱਲੇ। ਹਰ ਕੋਈ ਆਪਣੇ ਹਿਸਾਬ ਨਾਲ ਤੋਰਨਾ ਚਾਹੁੰਦਾ ਹੈ, ਆਪਣੇ ਹਿਸਾਬ ਨਾਲ ਕੱਟ ਮੱਡ ਕਰ ਲੈਣਾ ਚਾਹੁੰਦਾ, ਮੋਡੀਫਾਈ ਕਰ ਲੈਣਾ ਚਾਹੁੰਦਾ ਹੈ ਆਪਣੇ ਹਿਸਾਬ ਨਾਲ। ਤੇ ਇਵੇਂ ਕਿਵੇਂ ਹੋ ਸਕਦਾ ਹੈ? ਇਵੇਂ ਕਿਵੇਂ ਹੋਏਗਾ? ਇਸ ਤਰ੍ਹਾਂ ਨਹੀਂ ਜ਼ਿੰਦਗੀ ਹੁੰਦੀ। ਤੇ ਇਹੀ ਤਾਂ ਉਹਦਾ ਭਾਣਾ ਹੈ ਕਿ ਜੈਸਾ ਕੋਈ ਹੈ ਉਹਨੂੰ ਵੈਸਾ ਕਬੂਲ ਕਰਨਾ। ਸੁੱਖ ਹੈ ਤਾਂ ਸੁੱਖ ਨੂੰ ਕਬੂਲ ਕਰਨਾ, ਦੁੱਖ ਹੈ ਤਾਂ ਦੁੱਖ ਨੂੰ ਕਬੂਲ ਕਰਨਾ, ਜਿੱਥੇ ਉਹਨੇ ਰੱਖਿਆ ਉੱਥੇ ਰਹਿਣਾ। ਜੈਸਾ ਸਾਹਮਣੇ ਵਾਲਾ ਹੈ ਉਹਨੂੰ ਵੈਸਾ ਜਾਣਨਾ ਕਿ ਵਾਹਿਗੁਰੂ ਨੇ ਇਹਨੂੰ ਇਸ ਤਰ੍ਹਾਂ ਹੀ ਪੈਦਾ ਕੀਤਾ ਹੈ।
ਪਰਮੇਸ਼ਰ ਨੇ ਇਹਨੂੰ ਇਸ ਤਰ੍ਹਾਂ ਹੀ ਸਿਰਜਿਆ, ਮੈਂ ਇਹਨੂੰ ਇਵੇਂ ਕਬੂਲ ਕਰਦਾ। ਜਿਸ ਤਰ੍ਹਾਂ ਦਾ ਹੈ, ਗੋਰਾ ਕਾਲਾ ਜਿਸ ਤਰ੍ਹਾਂ ਦਾ ਵੀ ਹੈ, ਉਹਨੂੰ ਉਸ ਤਰ੍ਹਾਂ ਐਕਸੈਪਟ ਕਰੋ। ਜਿਸ ਤਰ੍ਹਾਂ ਦਾ ਜਿਸ ਦਾ ਜੀਵਨ ਜਿਉਣ ਦਾ ਢੰਗ ਹੈ, ਉਹਨੂੰ ਆਪਣੀ ਆਜ਼ਾਦੀ ਮੰਨਣ ਦਿਓ। ਸਤਿਗੁਰੂ ਕਹਿੰਦੇ ਉਹੀ ਗੁਰੂ ਦਾ ਸਿੱਖ ਸਖਾ ਬੰਧਪ ਹੈ, ਜਿਹੜਾ ਭਾਣੇ ਵਿੱਚ ਆਉਂਦਾ ਹੈ। ਆਪਣੇ ਭਾਣੇ ਜੋ ਚੱਲੇ, ਜਿਹੜਾ ਆਪਣੀ ਮਰਜ਼ੀ ਨਾਲ ਚੱਲਦਾ, ਵਿਛੁੜ ਚੋਟਾਂ ਖਾਏ। ਸਤਿਗੁਰੂ ਕਹਿੰਦੇ ਉਹ ਵਿਛੜ ਕੇ ਚੋਟਾਂ ਖਾਂਦਾ ਹੈ, ਦੁੱਖ ਭੋਗਦਾ, ਦੁੱਖ ਭੋਗਦਾ। ਕਿਉਂਕਿ ਜਦੋਂ ਕੋਈ ਬੰਦਾ ਸਾਡੇ ਮੁਤਾਬਕ ਨਹੀਂ ਤੁਰਦਾ ਤਾਂ ਸਾਨੂੰ ਬੜਾ ਦੁੱਖ ਲੱਗਦਾ ਹੈ, ਸਾਨੂੰ ਬੜੀ ਠੇਸ ਪਹੁੰਚਦੀ ਕਿ ਜੀ ਇਹ ਬੰਦਾ ਠੀਕ ਨਹੀਂ ਹੈ, ਇਹ ਮੇਰੀ ਗੱਲ ਨਹੀਂ ਮੰਨਦਾ। ਹੁਣ ਅਸੀਂ ਆਪਣੀ ਗੱਲ ਮਨਾਉਣਾ ਚਾਹੁੰਦੇ ਹਾਂ, ਦਿੱਕਤ ਇਹੀ ਹੈ। ਅਸੀਂ ਸਾਹਮਣੇ ਵਾਲੇ ਦੀ ਮੰਨਣਾ ਨਹੀਂ ਚਾਹੁੰਦੇ, ਅਸੀਂ ਆਪਣੀ ਮਨਾਉਣਾ ਚਾਹੁੰਦੇ ਹਾਂ। ਇੱਥੇ ਪਰੇਸ਼ਾਨੀ ਹੈ। ਬੰਦਾ ਚਾਹੁੰਦਾ ਕਿ ਦੂਸਰਾ ਤਾਂ ਮੇਰੀ ਮੰਨ ਲਵੇ ਪਰ ਮੈਂ ਨਾ ਮੰਨਾਂ, ਕਿ ਸਾਹਮਣੇ ਵਾਲਾ ਤਾਂ ਮੇਰੀ ਕਬੂਲ ਕਰ ਲੈ ਪਰ ਮੈਂ ਨਹੀਂ ਕਰਨੀ। ਇਹ ਖਿਆਲ ਰੱਖਣਾ ਕਿ ਜੇ ਕਿਸੇ ਦੇ ਕੋਲੋਂ ਮਨਾਉਣੀ ਚਾਹੁੰਦੇ ਹੋ ਤਾਂ ਉਹਦੀ ਮੰਨਣੀ ਵੀ ਪਵੇਗੀ, ਉਹਦੀ ਮੰਨਣੀ ਵੀ ਪਵੇਗੀ। ਪਰ ਬੰਦਾ ਸਾਹਮਣੇ ਵਾਲੇ ਦੀ ਮੰਨਣੀ ਨਹੀਂ ਚਾਹੁੰਦਾ, ਆਪਣੀ ਮਨਾਉਣੀ ਚਾਹੁੰਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਫਿਰ ਐਸਾ ਬੰਦਾ ਦੁੱਖ ਭੋਗਦਾ ਹੈ, ਵਿਛੜ ਚੋਟਾਂ ਖਾਵੇ, ਉਹ ਚੋਟਾਂ ਖਾਂਦਾ ਹੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਬਿਨਾਂ ਸਤਿਗੁਰੂ ਤੋਂ ਕਦੇ ਸੁਖ ਪ੍ਰਾਪਤ ਨਹੀਂ ਹੁੰਦਾ। ਕਦੇ ਸੁਖ ਨਹੀਂ ਮਿਲਦਾ, ਫਿਰ ਪਛੋਤਾਵੇ, ਫਿਰ ਦੁਬਾਰਾ ਪਛਤਾਵਾ ਮਨ ਵਿੱਚ ਆਉਂਦਾ ਹੈ, ਪਛਤਾਵਾ ਉੱਠਦਾ ਹੈ ਕਿ ਚੰਗਾ ਹੁੰਦਾ ਗੁਰੂ ਦੀ ਆਗਿਆ ਮੰਨ ਲੈਂਦੇ, ਚੰਗਾ ਹੁੰਦਾ ਜਿਵੇਂ ਗੁਰੂ ਨੇ ਕਿਹਾ ਸੀ ਉਵੇਂ ਕਰ ਲੈਂਦੇ। ਬਾਅਦ ਵਿੱਚ ਪਛਤਾਵਾ ਹੁੰਦਾ ਹੈ। ਜਦੋਂ ਆਪਣਾ ਬਾਪੂ ਬੇਬੇ ਤੁਰ ਜਾਂਦੇ ਦੁਨੀਆ ਤੋਂ, ਫਿਰ ਬੰਦੇ ਨੂੰ ਹੁੰਦਾ ਕਿ ਉਹ ਸਹੀ ਕਹਿੰਦੇ ਹੁੰਦੇ ਸੀ। ਬਾਅਦ ਵਿੱਚ ਪਤਾ ਲੱਗਦਾ, ਤੇ ਉਦੋਂ ਪਤਾ ਲੱਗਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਹੁਣ ਕੀ ਫਾਇਦਾ, ਹੁਣ ਤਾਂ ਉਹ ਜਾਣ ਵਾਲਾ ਆਦਮੀ ਚਲਾ ਗਿਆ, ਹੁਣ ਨਹੀਂ। ਇਸ ਲਈ ਮੌਕਾ ਹੀ ਹੁੰਦਾ ਕਿਸੇ ਵੇਲੇ, ਤੇ ਉਹ ਮੌਕਾ ਖੁੰਝ ਜਾਂਦਾ ਤੇ ਦੁਬਾਰਾ ਹੱਥ ਆਉਂਦਾ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਜਿਹੜਾ ਬੰਦਾ ਗੁਰੂ ਦੀ ਗੱਲ ਨਹੀਂ ਨਾ ਮੰਨਦਾ, ਉਹ ਬਾਅਦ ਵਿੱਚ ਪਛਤਾਉਂਦਾ ਹੈ, ਦੁੱਖ ਭੋਗਦਾ ਹੈ। ਹਰ ਕੇ ਦਾਸ ਸੁਹੇਲੇ ਭਾਈ, ਪ੍ਰਮਾਤਮਾ ਦੇ ਦਾਸ ਹਮੇਸ਼ਾ ਸੁਹੇਲੇ ਨੇ, ਹਮੇਸ਼ਾ ਸੁਖੀ ਨੇ, ਉਹਨਾਂ ਨੂੰ ਦੁੱਖ ਨਹੀਂ ਹੁੰਦਾ, ਉਹ ਦੁੱਖ ਨੂੰ ਵੀ ਦੁੱਖ ਨਹੀਂ ਜਾਣਦੇ। ਇਸ ਕਰਕੇ ਸਤਿਗੁਰੂ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ। ਗੁਰੂ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਕੱਟ ਦਿੰਦਾ ਹੈ ਆਪਣੇ ਸੇਵਕਾਂ ਦੇ, ਤੇ ਆਪੇ ਮੇਲ ਮਿਲਾਈ, ਆਪੇ ਉਹਨਾਂ ਨੂੰ ਮੇਲ ਲੈਂਦਾ, ਆਪੇ ਕਿਰਪਾ ਕਰਕੇ ਜੋੜ ਲੈਂਦਾ। ਰਹਾਓ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਇਹ ਕੁਟੰਬ ਪਰਿਵਾਰ, ਸਤਿਗੁਰੂ ਕਹਿੰਦੇ ਇਹ ਜੀ ਦੇ ਬੰਧਨ ਨੇ, ਹਿਰਦੇ ਦੇ ਬੰਧਨ। ਕਿਹੜੇ ਬੰਧਨ? ਮੋਹ ਦੇ ਜਿਹੜੇ ਬੰਧਨ ਪਏ ਨੇ, ਕਿ ਮੇਰੀ ਧੀ, ਮੇਰਾ ਪੁੱਤ, ਮੇਰੀ ਪਤਨੀ, ਮੇਰੀ ਮਾਂ, ਮੇਰਾ ਬਾਪ, ਆ ਮੋਹ ਦਾ ਬੰਧਨ। ਸਤਿਗੁਰੂ ਕਹਿੰਦੇ ਬੰਧਨ ਮਾਤ ਪਿਤਾ ਸੁਤ ਧੀਆਂ, ਬੰਧਨ ਮੋਹ ਦਾ ਹੈ। ਮੇਰੇ ਨੇ, ਇਸ ਕਰਕੇ ਦੁੱਖ ਸੁੱਖ, ਉਹਨਾਂ ਦਾ ਦੁੱਖ ਸੁੱਖ ਸਾਡਾ ਦੁੱਖ ਸੁੱਖ ਹੁੰਦਾ। ਜਿੱਥੇ ਮੈਂ ਤੇ ਮੇਰਾ ਨਹੀਂ ਹੈ, ਉੱਥੇ ਕੋਈ ਦੁੱਖ ਸੁੱਖ ਨਹੀਂ ਹੁੰਦਾ, ਉੱਥੇ ਦੁੱਖ ਤੇ ਸੁੱਖ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉੱਥੇ ਕੋਈ ਸੰਬੰਧ ਨਹੀਂ ਹੈ। ਜਿੱਥੇ ਸੰਬੰਧ ਹੈ ਉੱਥੇ ਦੁੱਖ ਹੋਵੇਗਾ, ਉੱਥੇ ਦੁੱਖ ਹੋਏਗਾ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਸਤਿਗੁਰੂ ਕਹਿੰਦੇ ਸੰਸਾਰ ਭਰਮ ਵਿੱਚ ਭੁੱਲਿਆ ਹੋਇਆ, ਬੰਧਨਾਂ ਵਿੱਚ ਵੱਜਾ ਹੋਇਆ, ਭਰਮ ਵਿੱਚ ਪਿਆ ਹੋਇਆ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰੂ ਤੋਂ ਬਿਨਾਂ ਇਹ ਬੰਧਨ ਨਹੀਂ ਟੁੱਟਦੇ। ਬਾਹਰ ਦੇ ਬੰਧਨ ਹੁਣ ਤਾਂ ਟੁੱਟ ਜਾਣ, ਲੋਕ ਬਾਹਰਲੇ ਬੰਧਨਾਂ ਨੂੰ ਤੋੜ ਵੀ ਲੈਂਦੇ ਨੇ। ਬੰਦਾ ਛੱਡ ਦਿੰਦਾ ਸੰਬੰਧ, ਬੱਚਿਆਂ ਨੂੰ ਛੱਡ ਕੇ ਕਿੱਧਰੇ ਚਲਾ ਗਿਆ, ਵਾਪਸ ਹੀ ਨਹੀਂ ਆਇਆ ਜੀ। ਪਰ ਮੋਹ ਦਾ ਸੰਬੰਧ ਤੇ ਹੈ,
ਉਹ ਨਹੀਂ ਨਾ ਟੁੱਟਦਾ। ਸਰੀਰ ਦਾ ਸੰਬੰਧ ਟੁੱਟ ਗਿਆ, ਸਰੀਰ ਦਾ ਸੰਬੰਧ ਟੁੱਟ ਗਿਆ। ਸਰੀਰ ਦਾ ਸੰਬੰਧ ਤਾਂ ਕਿਸੇ ਹੋਰ ਸਰੀਰ ਨਾਲ ਜੁੜ ਜਾਏਗਾ, ਪਰ ਮੋਹ ਦਾ ਸੰਬੰਧ ਉਹ ਤਾਂ ਹਮੇਸ਼ਾ ਹੈ। ਉਹ ਤਾਂ ਜਦ ਤੱਕ ਆਦਮੀ ਮਰਦਾ ਨਹੀਂ ਤਦ ਤੱਕ ਉਹ ਮੋਹ ਦਾ ਸੰਬੰਧ ਨਹੀਂ ਮਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਮੋਹ ਦਾ ਸੰਬੰਧ ਹੈ ਤੇ ਇਹ ਛੇਤੀ ਟੁੱਟਦਾ ਨਹੀਂ। ਕਾਮ ਕ੍ਰੋਧ ਦਾ, ਲੋਭ ਮੋਹ ਦਾ, ਈਰਸ਼ਾ ਨਿੰਦਾ ਦਾ, ਆਸਾ ਤ੍ਰਿਸ਼ਨਾ ਦਾ, ਇਹ ਜਿਹੜੇ ਅੰਦਰ ਦੇ ਸੰਬੰਧ ਨੇ, ਅੰਦਰ ਦੇ ਬੰਧਨ ਨੇ, ਇਹ ਗੁਰੂ ਤੋਂ ਬਿਨਾਂ ਨਹੀਂ ਟੁੱਟਦੇ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਦੇ ਸਨਮੁਖ ਹੋਇਆ ਮੋਕਸ਼ ਦਾ ਦੁਆਰ ਲੱਭਦਾ। ਗੁਰੂ ਦੇ ਸਨਮੁਖ ਹੋਇਆ ਮੋਕਸ਼ ਦੁਆਰ ਮਿਲਦਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ। ਸਤਿਗੁਰੂ ਕਹਿੰਦੇ ਬੰਦਾ ਕਰਮ ਤਾਂ ਕਰਦਾ ਪਰ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ। ਕਰਮ ਕਰਦਾ। ਲੋਕ ਬਹੁਤ ਸੇਵਾ ਕਰਦੇ ਨੇ, ਮੈਂ ਬੜੇ ਲੋਕਾਂ ਨੂੰ ਦੇਖਦਾ ਵਾਂ ਸੇਵਾ ਕਰਦਿਆਂ, ਪਰ ਗੁਰੂ ਦਾ ਸ਼ਬਦ ਕੀ ਕਹਿੰਦਾ, ਲੋਕ ਕੀ ਕਰਦੇ ਨੇ। ਸੇਵਾ ਕਰਨਾ ਗਲਤ ਨਹੀਂ ਹੁੰਦਾ, ਸੇਵਾ ਕਰਨਾ ਗੁਰਮਤਿ ਦੇ ਵਿੱਚ ਬਹੁਤ ਚੰਗਾ ਕਰਮ ਹੈ, ਬਹੁਤ ਸ੍ਰੇਸ਼ਟ ਕਰਮ ਹੈ, ਪਰ ਸੇਵਾ ਦੇ ਨਾਲ ਨਾਲ ਗੁਰੂ ਦਾ ਸ਼ਬਦ ਵੀ ਕਮਾਉਣਾ ਹੈ ਤੇ ਸ਼ਬਦ ਬੰਦਾ ਕਮਾ ਨਹੀਂ ਰਿਹਾ। ਸਤਿਗੁਰੂ ਕੀ ਕਹਿੰਦੇ? ਸਤਿਗੁਰੂ ਕਹਿੰਦੇ ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਅਮਰਦਾਸ ਮਹਾਰਾਜ ਦਾ ਵਚਨ ਹੈ। ਤੇ ਬੰਦਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਨਹੀਂ, ਉਸ ਸ਼ਬਦ ਨਾਲ ਹੀ ਕੁਝ ਸਮਝਣ ਦਾ ਯਤਨ ਨਹੀਂ ਕਰਦਾ ਕਿ ਗੁਰੂ ਕਹਿੰਦਾ ਕਿ ਆਹ ਔਗਣ ਆਪਣੇ ਅੰਦਰੋਂ ਦੂਰ ਕਰ, ਉਹ ਕਰਦਾ ਨਹੀਂ ਤੇ ਦਿਖਾਵੇ ਦੇ ਕਰਮ ਕਰੀ ਜਾਂਦਾ, ਦਿਖਾਵੇ ਦੀ ਸੇਵਾ ਕਰੀ ਜਾਂਦਾ, ਉਹਦੇ ਨਾਲ ਫਿਰ ਕੁਝ ਲਾਭ ਨਹੀਂ ਹੁੰਦਾ। ਇਸ ਲਈ ਕਈ ਸਾਲਾਂ ਤੋਂ ਲੋਕ ਸੇਵਾ ਤਾਂ ਕਰਦੇ ਨੇ ਪਰ ਉੱਥੇ ਹੀ ਖਲੋਤੇ ਨੇ ਜਿੱਥੇ ਪਹਿਲਾਂ ਸੀ। ਓਨਾ ਹੀ ਵੈਰ ਵਿਰੋਧ, ਓਨੀ ਈਰਸ਼ਾ, ਓਨਾ ਹੀ ਇੱਕ ਦੂਸਰੇ ਨਾਲ ਨਫ਼ਰਤ, ਓਨਾ ਹੀ ਗਾਲੀ ਗਲੋਚ, ਓਨਾ ਹੀ ਆ ਜਿੰਨਾ ਸੇਵਾ ਕਰਨ ਤੋਂ ਪਹਿਲਾਂ ਸੀ। ਉਹਦੇ ਵਿੱਚ ਫਰਕ ਨਹੀਂ ਪਿਆ, ਕੋਈ ਪੈਣਾ ਚਾਹੀਦਾ ਸੀ। ਇਹ ਫਰਕ ਤਾਂ ਪੈਂਦਾ ਜੇ ਸ਼ਬਦ ਨੂੰ ਵਿਚਾਰਿਆ ਹੁੰਦਾ, ਜੇ ਸ਼ਬਦ ਨੂੰ ਵਿਚਾਰਿਆ ਹੁੰਦਾ। ਸ਼ਬਦ ਨੂੰ ਵਿਚਾਰ ਕੇ ਜਿਹੜਾ ਬੰਦਾ ਸੇਵਾ ਵਿੱਚ ਲੱਗਦਾ ਹੈ, ਉਹਦੇ ਅੰਦਰ ਹਉਮੈ ਨਹੀਂ ਹੁੰਦੀ, ਉਹਦੇ ਅੰਦਰ ਵਿਕਾਰ ਨਹੀਂ ਹੁੰਦੇ, ਉਹਦੇ ਅੰਦਰ ਈਰਸ਼ਾ ਨਫ਼ਰਤ ਵੈਰ ਵਿਰੋਧ ਕੁਛ ਵੀ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਕਰਮ ਕਰੇ ਗੁਰ ਸ਼ਬਦ ਨਾ ਪਛਾਣੈ। ਕਰਮ ਤਾਂ ਲੋਕ ਬਹੁਤ ਕਰਦੇ ਨੇ, ਪੂਜਾ ਪਾਠ ਤਾਂ ਲੋਕ ਬਹੁਤ ਕਰਦੇ ਨੇ, ਪਰ ਗੁਰੂ ਦੇ ਸ਼ਬਦ ਨੂੰ ਪਛਾਣਦੇ ਨਹੀਂ, ਉਸ ਨੂੰ ਸਮਝਦੇ ਨਹੀਂ, ਤੇ ਫਿਰ ਮਰ ਜਨਮੈ ਵਾਰੋ ਵਾਰਾ, ਫਿਰ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਹਉ ਮੇਰਾ ਜਗ ਪਲਚ ਰਿਹਾ ਭਾਈ। ਸਤਿਗੁਰੂ ਕਹਿੰਦੇ ਹੇ ਭਾਈ, ਹਉਮੈ ਵਿੱਚ, ਮੈਂ ਮੇਰੀ ਵਿੱਚ ਸੰਸਾਰ ਖੱਪ ਰਿਹਾ, ਪਲਚ ਰਿਹਾ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੂੰਹ। ਸਤਿਗੁਰੂ ਕਹਿੰਦੇ ਪਲਚ ਰਿਹਾ ਸੰਸਾਰ, ਖੱਪ ਰਿਹਾ। ਲੋਕ ਦੇਖੋ ਕਿਵੇਂ ਖਪੇ ਹੋਏ ਦਿਖਾਈ ਦਿੰਦੇ ਨੇ, ਅਸ਼ਾਂਤ, ਤਣਾਅ ਕਿੰਨਾ ਮੱਥਿਆਂ ਦੇ ਉੱਤੇ, ਖਿਚਾਓ, ਖਪੇ ਪਏ ਨੇ ਲੋਕ। ਸਤਿਗੁਰੂ ਕਹਿੰਦੇ ਹਾਂ ਮੇਰਾ, ਮੈਂ ਮੇਰੀ ਵਿੱਚ ਜੱਗ ਪਲਚ ਰਿਹਾ ਭਾਈ, ਕੋਈ ਨਾ ਕਿਸੇ ਹੀ ਕੇਰਾ। ਇੱਥੇ ਕੋਈ ਕਿਸੇ ਦਾ ਹੈ ਹੀ ਨਹੀਂ। ਹਰ ਕੋਈ ਕਿਸੇ ਨਾ ਕਿਸੇ ਲੋਭ ਕਰਕੇ, ਕਿਸੇ ਨਾ ਕਿਸੇ ਸਵਾਰਥ ਕਰਕੇ ਜੁੜਿਆ ਹੈ। ਕਿਸੇ ਨਾ ਕਿਸੇ ਸਵਾਰਥ ਕਰਕੇ ਲੋਕ ਜੁੜੇ ਨੇ। ਗੁਰਮੁਖ ਮਹਿਲ ਪਾਇਨ ਗੁਣ ਗਾਵਨ। ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਸਨਮੁਖ ਹੋ ਕੇ ਗੁਣ ਗਾਉਂਦੇ ਨੇ ਤੇ ਵਾਹਿਗੁਰੂ ਦਾ ਮਹਿਲ ਪਾ ਲੈਂਦੇ, ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਪਾ ਲੈਂਦੇ ਨੇ। ਉਹਦੇ ਮਹਿਲਾਂ ਵਿੱਚ ਥਾਂ ਮਿਲ ਜਾਂਦੀ। ਨਿਜ ਘਰ ਹੋਏ ਵਸੇਰਾ, ਉਹ ਨਿਜ ਘਰ ਵਿੱਚ ਵਸ ਜਾਂਦੇ ਨੇ। ਇੱਥੇ ਬੂਝੈ ਸੋ ਆਪ ਪਛਾਣੈ। ਜਿਹੜਾ ਇੱਥੇ ਇਸ ਸੰਸਾਰ ਵਿੱਚ ਗੱਲ ਨੂੰ ਬੁੱਝ ਲੈਂਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ, ਜਿਹਨੂੰ ਸੋਝੀ ਆ ਗਈ, ਜਿਹਨੂੰ ਸੂਝ ਆ ਗਈ, ਸਤਿਗੁਰੂ ਕਹਿੰਦੇ ਉਹਨੇ ਪਛਾਣ ਲਿਆ, ਉਹਨੂੰ ਸੱਚ ਦਿਸ ਪਿਆ। ਇੱਥੇ ਬੂਝੈ ਸੋ ਆਪ ਪਛਾਣੇ। ਉਹਨੇ ਖੁਦ ਨੂੰ ਪਛਾਣ ਲਿਆ ਕਿ ਮੈਂ ਕੀ ਹਾਂ ਤੇ ਮੈਂ ਖੁਦ ਨੂੰ ਕੀ ਸਮਝੀ ਜਾਂਦਾ ਸੀ। ਉਹਨੇ ਪਛਾਣ ਲਿਆ ਖੁਦ ਨੂੰ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਕਿਸ ਕੇ ਤਿਸ ਕੇਰਾ। ਹਰੀ ਪ੍ਰਭੂ ਉਹ ਪ੍ਰਮਾਤਮਾ ਉਹਦਾ ਹੈ, ਉਸ ਬੰਦੇ ਦਾ ਜਿਹਨੇ ਖੁਦ ਨੂੰ ਪਛਾਣ ਲਿਆ, ਜਿਹਨੇ ਮੈਂ ਮੇਰੀ ਨੂੰ ਮਿਟਾ ਲਿਆ। ਪ੍ਰਮਾਤਮਾ ਉਹਦਾ ਹੋ ਗਿਆ, ਪਰਮੇਸ਼ਰ ਉਹਦਾ ਹੀ ਬਣਦਾ ਹੈ ਜਿਹੜਾ ਉਹਦੀ ਰਜ਼ਾ ਤੇ ਤੁਰ ਪੈਂਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ।
ਬਿਨ ਭਾਗਾਂ ਕਿਆ ਪਾਈਐ। ਸਤਿਗੁਰੂ ਤਾਂ ਹਮੇਸ਼ਾ ਦਿਆਲ ਹੈ, ਪਰ ਬਿਨਾਂ ਭਾਗਾਂ ਤੋਂ ਕੁਛ ਗੁਰੂ ਕੋਲੋਂ ਪ੍ਰਾਪਤ ਨਹੀਂ ਹੁੰਦਾ। ਗੁਰੂ ਤਾਂ ਦੇਣ ਨੂੰ ਤਿਆਰ ਬੈਠਾ। ਸਤਿਗੁਰੂ ਕਹਿੰਦੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਚਲ ਧਰਿਆ। ਉਹ ਤਾਂ ਆਪਣੇ ਹੱਥ ਦੀ ਤਲੀ ਤੇ ਰੱਖ ਕੇ ਬੈਠਾ ਕਿ ਕੋਈ ਲੈਣ ਵਾਲਾ ਆਵੇ, ਪਰ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦਾ। ਲੋਕ ਜੋ ਲੈਣਾ ਚਾਹੁੰਦੇ ਨੇ ਉਹ ਮਾਮੂਲੀ ਚੀਜ਼ਾਂ, ਤੇ ਗੁਰੂ ਦੇਣਾ ਚਾਹੁੰਦਾ ਕੁਛ ਕੀਮਤੀ, ਤੇ ਬੰਦਾ ਮਾਮੂਲੀ ਚੀਜ਼ਾਂ ਲੈ ਕੇ ਖੁਸ਼ ਹੈ, ਕਹਿੰਦਾ ਜੀ ਠੀਕ ਹੈ ਆਹੀ ਮਿਲ ਜਾਵੇ ਬਸ। ਤੇ ਇਹ ਵੀ ਨਹੀਂ ਹੈ ਕਿ ਹਾਂ ਉਹ ਜਿਹੜੀ ਚੀਜ਼ ਮੰਗਦਾ ਉਸ ਨੂੰ ਮਿਲਣ ਤੋਂ ਬਾਅਦ ਸੰਤੁਸ਼ਟ ਹੋ ਜਾਏਗਾ, ਰਾਜੀ ਹੋ ਜਾਏਗਾ, ਉਸ ਤੋਂ ਥੋੜੀ ਦੇਰ ਬਾਅਦ ਉਹ ਕੁਝ ਹੋਰ ਮੰਗਣ ਆ ਜਾਏਗਾ। ਉਹ ਚੀਜ਼ ਮਿਲ ਜਾਏਗੀ, 2-4 ਮਹੀਨਿਆਂ ਬਾਅਦ ਕੁਝ ਹੋਰ ਲੈਣ ਆ ਜਾਏਗਾ। ਇਹ ਸਿਲਸਿਲਾ ਚੱਲਦਾ ਹੀ ਰਹੇਗਾ ਸਾਰੀ ਜ਼ਿੰਦਗੀ। ਗੁਰੂ ਉਹ ਦਾਤ ਦੇਣਾ ਚਾਹੁੰਦਾ ਹੈ ਜਿਹਨੂੰ ਲੈਣ ਤੋਂ ਬਾਅਦ ਦੁਬਾਰਾ ਮੰਗਣਾ ਨਹੀਂ ਪੈਂਦਾ। ਇਸ ਕਰਕੇ ਉਹ ਭਾਗਾਂ ਤੋਂ ਬਿਨਾਂ ਮਿਲਦੀ ਨਹੀਂ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ। ਗੁਰੂ ਇੱਕੋ ਜੀ ਨਦਰ ਕਰਕੇ ਸਭ ਉੱਪਰ ਦੇਖਦਾ। ਉਹ ਇੱਕੋ ਜੀ ਮਿਹਰ ਦੀ ਨਿਗਾਹ ਸਭ ਉੱਤੇ ਕਰਦਾ। ਜਿਹਾ ਭਾਉ ਤੇਹਾ ਫਲ ਪਾਈਐ। ਜਿਸ ਤਰ੍ਹਾਂ ਦੀ ਕਿਸੇ ਬੰਦੇ ਦੀ ਭਾਵਨਾ ਹੁੰਦੀ ਹੈ ਉਹਨੂੰ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਕੋਈ ਬੰਦਾ ਗੁਰੂ ਦੇ ਦਰ ਆਇਆ, ਉਹਨੇ ਉਸ ਤਰ੍ਹਾਂ ਦੀ ਦਾਤ ਗੁਰੂ ਕੋਲੋਂ ਪ੍ਰਾਪਤ ਕਰ ਲਈ, ਉਸ ਤਰ੍ਹਾਂ ਦੀ ਦਾਤ ਲੈ ਲਈ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ, ਉਹਨਾਂ ਦੇ ਅੰਦਰੋਂ ਮੈਂ ਗਵਾਚ ਜਾਂਦੀ। ਉਹ ਆਪਣੇ ਆਪ ਨੂੰ ਗਵਾ ਲੈਂਦੇ ਤੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ। ਜਿਹੜੇ ਉਹਦੇ ਵਿੱਚ ਲੀਨ ਹੁੰਦੇ ਉਹੀ ਉਹਦੇ ਦਰ ਤੇ ਪ੍ਰਵਾਨ ਹੁੰਦੇ। ਜਿਹੜੇ ਉਹਦੇ ਹੁਕਮ ਉਹਦੀ ਰਜ਼ਾ ਵਿੱਚ ਤੁਰਦੇ ਉਹੀ ਉਹਦੇ ਦਰ ਤੇ ਪ੍ਰਵਾਨ ਹੁੰਦੇ। ਸਤਿਗੁਰੂ ਰਹਿਮਤ ਕਰੇ ਸਾਡੇ ਅੰਦਰੋਂ ਮੈਂ ਅਹੰਕਾਰ ਮਿਟੇ, ਉਹਦੇ ਚਰਨਾਂ ਨਾਲ ਸਾਂਝ ਪਵੇ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਅੱਜ ਦੇ ਦਿਨ ਉਹਨਾਂ ਦਾ ਜਨਮ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਜੀਤ ਕੌਰ ਜੀ ਦੀ ਕੁੱਖੋਂ ਹੋਇਆ। ਅੱਜ ਦੇ ਦਿਨ ਉਹਨਾਂ ਨੇ ਜਨਮ ਲਿਆ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਨਾਮ ਜੋਰਾਵਰ ਸਿੰਘ ਰੱਖਿਆ। ਉਹਨਾਂ ਦਾ 9 ਕੁ ਸਾਲ ਦੀ ਆਪਣੀ ਇਸ ਆਯੂ ਵਿੱਚ ਗੁਰੂ ਦੇ ਹੁਕਮ ਵਿੱਚ ਕਿਵੇਂ ਚੱਲੀਦਾ, ਇਹ ਤਾਮੀਲ, ਇਹ ਸਿੱਖਿਆ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਾਪਤ ਹੋਈ। ਤੇ ਉਹਨਾਂ ਗੁਰੂ ਸਾਹਿਬ ਜੀ ਦੇ ਕੋਲੋਂ ਹੀ ਰਹਿਮਤਾਂ ਬਖਸ਼ਿਸ਼ਾਂ ਹਾਸਲ ਕੀਤੀਆਂ। ਗੁਰਸਿੱਖਾਂ ਨੂੰ ਵੇਖਿਆ ਕਿ ਕਿਵੇਂ ਗੁਰੂ ਦੇ ਹੁਕਮ ਅੰਦਰ, ਰਜ਼ਾ ਅੰਦਰ ਚੱਲਦੇ। ਉਹਨਾਂ ਗੁਰੂ ਸਾਹਿਬ ਜੀ ਦੇ ਕੋਲੋਂ ਯੁੱਧ ਵਿਦਿਆ ਦੇ ਗੁਣ ਵੀ ਸਿੱਖੇ। ਬੇਸ਼ੱਕ ਆਯੂ ਛੋਟੀ ਹੈ, ਪਰ ਉਹਨਾਂ ਦੇ ਜਿਹੜੇ ਗੁਣ ਨੇ ਉਹ ਬਹੁਤ ਵੱਡੇ ਨੇ। ਵਿਸ਼ਾਲ ਗੁਣਾਂ ਦੇ ਮਾਲਕ ਤੇ ਗੁਰੂ ਦੀ ਆਗਿਆ ਵਿੱਚ ਤੁਰਨ ਵਾਲੇ। ਤੇ ਉਹਨਾਂ ਦੇ ਜਿਹੜੇ ਬੋਲ, ਜਿਹੜੇ ਉਹਨਾਂ ਨੇ ਵਜ਼ੀਰ ਖਾਂ ਨੂੰ ਅੰਤ ਵੇਲੇ ਕਹੇ, ਨੀਆਂ ਵਿੱਚ ਚਿਣੇ ਜਾਣ ਤੋਂ ਪਹਿਲਾਂ ਜਾਂ ਕਚਹਿਰੀ ਵਿੱਚ ਜਿਹੜੀਆਂ ਉਹਨਾਂ ਦੀਆਂ ਪੇਸ਼ੀਆਂ ਹੋਈਆਂ, ਉਹਨਾਂ ਬਚਨਾਂ ਤੋਂ, ਉਹਨਾਂ ਬੋਲਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਦ੍ਰਿੜਤਾ, ਉਹਨਾਂ ਦੀ ਚੜ੍ਹਦੀ ਕਲਾ, ਉਹਨਾਂ ਦਾ ਜੀਵਨ ਕੈਸਾ ਹੈ। ਸਾਡੇ ਕੋਲ ਸਿਵਾਏ ਵਜ਼ੀਰ ਖਾਂ ਦੇ ਨਾਲ ਹੋਈ ਵਾਰਤਾਲਾਪ ਤੋਂ ਇਲਾਵਾ, ਸਰਹੰਦ ਦੇ ਵਿੱਚ ਜੋ ਵਾਪਰਿਆ ਉਹਦੇ ਤੋਂ ਇਲਾਵਾ ਸਾਡੇ ਕੋਲ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਹੋਰ ਬਹੁਤਾ ਕੁਛ ਨਹੀਂ ਹੈ। ਕਿਉਂਕਿ ਛੋਟੀ ਆਯੂ ਦੇ ਵਿੱਚ ਹੀ ਉਹਨਾਂ ਦੀ ਸ਼ਹਾਦਤ ਹੋਈ, ਇਸ ਲਈ ਸ਼ਹਾਦਤ ਦੇ ਵਾਕਿਆਤ ਹੀ ਸਾਡੇ ਕੋਲ ਮੌਜੂਦ ਨੇ। ਉਹਨਾਂ ਨੇ ਬੜਾ ਉੱਚਾ ਸੁੱਚਾ ਜੀਵਨ ਜੀਵਿਆ, ਜਿੰਨਾ ਕੁ 9 ਕੁ ਸਾਲ ਦਾ ਜੀਵਨ, ਤੇ ਉਸ ਜੀਵਨ ਵਿੱਚ ਜੋ ਉਹਨਾਂ ਨੇ ਗੁੜਤੀ ਹਾਸਲ ਕਰੀ ਗੁਰੂ ਸਾਹਿਬ ਦੇ ਕੋਲੋਂ, ਉਸ ਦਾ ਪ੍ਰਗਟਾਵਾ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਕੀਤਾ। ਤੇ ਉਹ ਜੁਰਤ, ਉਹ ਚੜ੍ਹਦੀ ਕਲਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਦਰ, ਉਹੀ ਉਹਨਾਂ ਦੇ ਪੁੱਤਰਾਂ ਦੇ ਅੰਦਰ ਪਾਈ ਗਈ। ਤੇ ਸਰਬੱਤ ਨੇ ਦੇਖਿਆ ਕਿ ਗੁਰੂ ਦੇ ਪੁੱਤਰ ਕਿਵੇਂ ਹੱਸ ਕੇ ਨੀਹਾਂ ਦੇ ਅੰਦਰ ਖੜ ਜਾਂਦੇ, ਤੇ ਵਜ਼ੀਰ ਖਾਂ ਵਰਗੇ ਵੀ ਉਹ ਹੈਰਾਨ ਹੋ ਜਾਂਦੇ ਕਿ ਛੋਟੇ ਬੱਚੇ ਨੇ,
पर इन्हां दी जुरत बड़ी है, इन्हां दी हिम्मत बड़ी कि घबराहट नहीं, कोई डर नहीं, किसी किस्म का कोई डर नहीं कि आले दुआले सिवाए दुश्मन तो होर कोई नहीं है, कोई अपना नहीं, कोई संगी साथी नहीं। पर वो 7-9 साल के बच्चे, वो जोरावर सिंह 9 साल की उम्र दे विच बिल्कुल घबराहट नहीं, कोई डर नहीं, ते ना कोई लोभ। खाण पीण दीयां चीज़ां भी उन्हां दे सामने रखियां जांदियां, कई तरह के हथियार भी रखी जाते, कई तरह दीयां होर चीज़ां रखियां जांदियां, पर मन विच कोई लोभ नहीं किसी तरह का। सिर्फ गुरु का प्यार ते गुरु के भाणे ते चलण की कला, ये गुरु कोलों उन्हां नूं नसीब हुई। उन्हां दे जन्म दिहाड़े ते आप समूह संगतां नूं उन्हां दे जन्म दिन दीयां लख लख वधाइयां होईयां। भुल्लां ਲਈ ਖਿਮਾ सतगुरु जी ਅਤੇ आप ਸਰਬੱਤ संगत बख्शण जोग। भुल्लां ना चितारदे होए आखू जी वाहिगुरु जी का खालसा वाहिगुरु जी की फतेह।